ਹੈਲੋ एवरीवन। ਅੱਜ ਅਸੀਂ ਜੋ ਅੱਗੇ ਲੈਕਚਰ ਸ਼ੁਰੂ ਕਰਨਾ ਹੈ ਇਹ ਕੋਆਰਡੀਨੇਸ਼ਨ ਕੈਮਿਸਟਰੀ ਹੈ, ਜਿਹਦੇ ਬਾਰੇ ਅਸੀਂ ਅੱਜ ਕੁਝ ਬੇਸਿਕਸ ਦੇ ਵਿੱਚ ਗੱਲ ਕਰਾਂਗੇ। ਉਸ ਤੋਂ ਬਾਅਦ ਅਸੀਂ ਇਹਨੂੰ ਥੋੜਾ ਡਿਟੇਲ 'ਚ ਲੈ ਕੇ ਜਾਵਾਂਗੇ, ਜੋ ਕਿ ਜੈਮ ਜਾਂ JRF ਦੀ ਪ੍ਰੈਪਰੇਸ਼ਨ ਦੇ ਲਈ ਬਹੁਤ ਇੰਪੋਰਟੈਂਟ ਹੈ। ਬਹੁਤ ਇੰਪੋਰਟੈਂਟ ਟੌਪਿਕ ਹੈ। ਇਹਦੇ ਵਿੱਚ ਕਾਫੀ ਜ਼ਿਆਦਾ ਮਾਰਕਸ ਦਾ ਪੇਪਰ ਜਿਹੜਾ ਹੈ ਆਉਂਦਾ ਹੈ ਜਨਰਲੀ, ਅਤੇ ਇਹਦੇ ਵਿੱਚ ਸਬ ਟੌਪਿਕ ਬਹੁਤ ਤਰ੍ਹਾਂ ਦੇ ਨੇ ਅਤੇ ਇਸੇ ਕਰਕੇ ਇਹ 'ਚ ਸਕੋਰਿੰਗ ਜ਼ਿਆਦਾ ਆਉਂਦੀ ਹੈ, ਜ਼ਿਆਦਾ ਮਾਰਕਸ ਆਉਂਦੇ ਆ। ਤਾਂ ਕੋਆਰਡੀਨੇਸ਼ਨ ਕੈਮਿਸਟਰੀ ਇੱਕ ਅਲੱਗ ਚੈਪਟਰ ਦੇ ਤੌਰ 'ਤੇ ਕਿਉਂ ਲਿਆ ਜਾਂਦਾ, ਕਿਉਂਕਿ ਅਸੀਂ ਦੇਖਦੇ ਹਾਂ ਜੋ ਬੌਂਡਿੰਗ ਹੈ, ਜਿਵੇਂ ਕੈਮੀਕਲ ਬੌਂਡਿੰਗ ਦੇ ਆਪਾਂ ਜਨਰਲੀ ਦੇਖਿਆ ਸੀ, ਜੋ ਅਟਰੈਕਟਿਵ ਫੋਰਸਸ ਹੈਗੀਆਂ ਨੇ ਐਟਮਸ ਦੇ ਵਿੱਚ, ਉਹਦੇ ਵਿੱਚ ਪਿਓਰ ਕੋਵਲੈਂਟ ਬੌਂਡ ਦੀ ਅਸੀਂ ਗੱਲ ਕੀਤੀ ਸੀ ਲਾਸਟ ਟਾਈਮ। ਪਿਓਰ ਕੋਵਲੈਂਟ ਬੌਂਡ ਜੋ ਉਹਨਾਂ ਦੀ ਵੇਵ, ਇਲੈਕਟ੍ਰੋਨਿਕ ਵੇਵ ਦੀ ਓਵਰਲੈਪ ਦੇ ਨਾਲ ਹੀ ਬਣਦਾ ਹੈ, ਉਹ ਕੋਵਲੈਂਟ ਬੌਂਡ ਹੈ। ਉਸ ਤੋਂ ਇਲਾਵਾ ਜਿਹੜੇ ਆਇਨਸ ਬਣਦੇ ਆ ਮੈਟਰ, ਜਿਵੇਂ Na ਪੋਜ਼ੀਟਿਵ Cl ਨੈਗੇਟਿਵ, ਇਹਨਾਂ 'ਚ ਅਟਰੈਕਟਿਵ ਫੋਰਸ ਜੋ ਹੈ ਇਹ ਇਲੈਕਟ੍ਰੋਸਟੈਟਿਕ ਨੇਚਰ ਦੀ ਵੀ ਹੋ ਸਕਦੀ ਹੈ, ਜਿਵੇਂ ਚਾਰਜਸ ਹੀ ਇੱਕ ਦੂਸਰੇ ਨੂੰ ਅਟਰੈਕਟ ਕਰਦੇ ਨੇ। ਇਹ ਆਪਣੇ ਆਪ 'ਚ ਸਟੇਬਲਾਈਜ਼ਡ ਹੈ, ਇਹ ਆਪਣੇ ਆਪ 'ਚ ਸਟੇਬਲਾਈਜ਼ਡ ਹੈ, ਬਟ ਦੋਨੋਂ ਇੱਕ ਦੂਜੇ ਨੂੰ ਫਿਰ ਵੀ ਅਟਰੈਕਟ ਕਰ ਰਹੇ ਨੇ। ਇਹ ਇਲੈਕਟ੍ਰੋਸਟੈਟਿਕ ਜਿਹੜੀ ਅਟਰੈਕਸ਼ਨ ਹੈ ਡਿਫਰੈਂਟ ਚਾਰਜਸ ਦੇ ਵਿੱਚ, ਇਹ ਹਮੇਸ਼ਾ ਬਣੀ ਰਹਿੰਦੀ ਹੈ। ਇਹੀ ਬੈਲੈਂਸ ਹੈ ਜਿਹੜਾ ਇਹਨਾਂ ਨੂੰ ਇੱਕ ਦੂਸਰੇ ਵੱਲ ਨਾਲ ਜੋੜ ਕੇ ਰੱਖਦਾ, ਅਤੇ ਇਹ ਕਾਫੀ ਸਟਰੋਂਗ ਬੌਂਡ ਹੁੰਦਾ ਹੈ ਵੀ। ਇਹ ਸਟਰੋਂਗ ਫੋਰਸ ਇਹਨਾਂ ਨੂੰ ਆਪਾਂ ਨੂੰ ਸੋਲਿਡ ਸਟਰਕਚਰ ਦੇ ਵਿੱਚ ਲੈ ਜਾਂਦੀ ਹੈ, ਇਹਨਾਂ ਆਇਨਸ ਨੂੰ। ਇਸ ਤੋਂ ਇਲਾਵਾ ਜੋ ਬੌਂਡਿੰਗ ਹੈ ਉਹ ਇੱਕ ਹੋਰ ਕਿਸਮ ਦੀ ਬੌਂਡਿੰਗ ਵੀ ਹੋ ਸਕਦੀ ਹੈ, ਜਿਹਦੇ 'ਚ ਇਲੈਕਟ੍ਰੋਨ ਪੇਅਰ ਜੋ ਹੈ ਇੱਕ ਐਟਮ ਦਾ ਵੇਵ ਨੇਚਰ, ਉਹ ਇੱਕੋ ਹੀ ਆਰਬਿਟਲ 'ਚ ਪ੍ਰੈਜ਼ੈਂਟ ਨੇ, ਦੋ ਇਲੈਕਟ੍ਰੋਨ, ਪੇਅਰ ਆਫ ਇਲੈਕਟ੍ਰੋਨ ਇੱਕੋ ਹੀ ਆਰਬਿਟਲ 'ਚ ਪ੍ਰੈਜ਼ੈਂਟ ਨੇ। ਦੂਸਰੇ ਐਟਮ ਦੇ ਕੋਲ ਐਮਟੀ ਆਰਬਿਟਲ ਹੈ, ਆਰਬਿਟਲ ਮੌਜੂਦ ਹੈ ਪਰ ਉਹ 'ਚ ਇਲੈਕਟ੍ਰੋਨ ਕੋਈ ਨਹੀਂ ਹੈ ਇਸ ਟਾਈਮ। ਮਤਲਬ ਇੱਕ ਸਟੇਟ ਆਪਾਂ ਕੋਲ ਹੈਗੀ ਹੈ ਅਵੇਲੇਬਲ, ਜਿੱਥੇ ਇਲੈਕਟ੍ਰੋਨ ਹੋ ਸਕਦਾ ਹੈ ਕਦੇ। ਇਹਨਾਂ ਨੂੰ ਕੁਆਂਟਮ ਸਟੇਟਸ ਹੀ ਕਹਿ ਸਕਦੇ ਹਾਂ ਅਸੀਂ, ਕਿ ਇਹ ਐਸੀ ਸਟੇਟ ਹੈ ਜਿੱਥੇ ਇਲੈਕਟ੍ਰੋਨ ਇਸ ਟਾਈਮ ਨਹੀਂ ਹੈ ਪਰ ਕਦੇ ਨਾ ਕਦੇ ਹੋ ਸਕਦਾ। ਤਾਂ ਉਸ ਤਰ੍ਹਾਂ ਦੀ ਸਟੇਟ ਹੋਵੇ ਇੱਕ ਐਟਮ ਦੇ ਕੋਲ, ਉਹਨੂੰ ਖਾਲੀ ਆਰਬਿਟਲ ਕਹਿ ਦਿੰਦੇ ਹਾਂ ਅਸੀਂ। ਅਤੇ ਇਹਨਾਂ ਦੋਨਾਂ ਦੀ ਓਵਰਲੈਪਿੰਗ ਦੇ ਨਾਲ ਆਪਾਂ ਕੋਲ ਇੱਕ ਨਵਾਂ ਬੌਂਡ ਬਣਦਾ ਹੈ। ਜਦੋਂ ਇਹ ਦੋਨੋਂ ਓਵਰਲੈਪ ਕਰਦੇ ਨੇ, ਪੇਅਰ ਆਫ ਇਲੈਕਟ੍ਰੋਨ ਜਿਹੜਾ ਹੈ ਉਹ ਦੋਨਾਂ ਆਰਬਿਟਲਸ ਦੇ ਵਿੱਚ ਹੁਣ ਵਿਚਰਨ ਲੱਗ ਜਾਂਦਾ। ਦੋਨਾਂ ਆਰਬਿਟਲਸ ਦੇ ਨਾਲ ਇਹ ਪੇਅਰ ਆਫ ਇਲੈਕਟ੍ਰੋਨ ਹੁਣ ਸ਼ੇਅਰਡ ਹੋ ਜਾਂਦਾ। ਇਸ ਟਾਈਮ ਇਹ ਆਲਮੋਸਟ ਕੋਵਲੈਂਟ ਬੌਂਡ ਦੀ ਤਰ੍ਹਾਂ ਹੀ ਬਿਹੇਵ ਕਰਦਾ ਹੈ, ਜਿਹੜਾ ਕਿ ਪਹਿਲਾਂ ਨਾਰਮਲ ਕੋਵਲੈਂਟ ਬੌਂਡ 'ਚ ਅਸੀਂ ਦੇਖਿਆ ਸੀ ਕਿ ਸਿੰਗਲ ਇਲੈਕਟ੍ਰੋਨ ਲੈ ਕੇ ਦੋ ਐਟਮ ਆਉਂਦੇ ਆ ਅਤੇ ਓਵਰਲੈਪ ਕਰਦੇ ਆ। ਇਹ ਹੈਗਾ ਮਿਊਚੁਅਲ ਸ਼ੇਅਰਿੰਗ ਦੇ ਨਾਲ ਓਵਰਲੈਪਿੰਗ ਹੈ, ਇਹਨੂੰ ਕੋਵਲੈਂਟ ਬੌਂਡ ਕਹਿੰਦੇ ਆ। ਬਟ ਅਗਰ ਪੇਅਰ ਆਫ ਇਲੈਕਟ੍ਰੋਨ ਇੱਕੋ ਹੀ ਐਟਮ ਡੋਨੇਟ ਕਰੇ, ਉਸ ਤੋਂ ਬਾਅਦ ਓਵਰਲੈਪਿੰਗ ਤੋਂ ਬਾਅਦ ਉਹ ਪੇਅਰ ਆਫ ਇਲੈਕਟ੍ਰੋਨ ਦੋਨਾਂ ਐਟਮਸ ਦੇ ਨਾਲ ਸ਼ੇਅਰ ਹੋਵੇ, ਜਸਟ ਲਾਈਕ ਕੋਵਲੈਂਟ ਬੌਂਡ, ਇਸ ਤਰ੍ਹਾਂ ਦੇ ਬੌਂਡ ਨੂੰ ਅਸੀਂ ਕੋਆਰਡੀਨੇਟ ਬੌਂਡ ਕਹਿੰਦੇ ਹਾਂ। ਕੋਆਰਡੀਨੇਟ ਬੌਂਡ ਆਪਣੇ ਆਪ ਦੇ ਵਿੱਚ ਬੜਾ ਇੰਪੋਰਟੈਂਟ ਹੈ, ਕਿਉਂਕਿ ਇੱਕ ਨਵੀਂ ਤਰ੍ਹਾਂ ਦੀ ਇਹ ਕੰਪਾਊਂਡਸ ਨੂੰ ਬਣਾਉਂਦਾ ਹੈ। ਉਹਨਾਂ ਕੰਪਾਊਂਡਸ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ। ਈਵਨ ਬਾਇਓਲੋਜੀ ਦੇ ਵਿੱਚ ਵੀ ਸਾਡਾ ਹੀਮੋਗਲੋਬਿਨ, ਆਇਰਨ, ਜਿਹਦੇ ਵਿੱਚ ਪੋਰਫਾਇਰਿਨ ਰਿੰਗ ਜਿਹੜੀ ਹੈ ਉਹ ਕੋਆਰਡੀਨੇਟ ਬੌਂਡ ਬਣਾ ਕੇ ਆਇਰਨ ਦੇ ਨਾਲ ਰਹਿੰਦੀ ਹੈ। ਇਸ ਤਰ੍ਹਾਂ ਇਹ ਜਿਹੜੇ ਕੰਪਾਊਂਡਸ ਨੇ ਇਹ ਸਾਡੇ ਲਈ ਬਹੁਤ ਇੰਪੋਰਟੈਂਟ ਨੇ ਸਟੱਡੀ ਕਰਨੇ, ਜਿਹਦੀ ਇਨਫੋਰਮੇਸ਼ਨ ਦੇ ਨਾਲ ਅਸੀਂ ਕਈ ਚੀਜ਼ਾਂ ਨਵੀਆਂ ਜਾਣ ਸਕਦੇ ਹਾਂ। ਤਾਂ ਕੋਆਰਡੀਨੇਟ ਬੌਂਡਿੰਗ ਇਹਨਾਂ ਕੰਪਾਊਂਡਸ ਦੀ ਸਟੱਡੀ ਜਿਹੜੀ ਹੈ, ਜਿਹੜੇ ਕੋਆਰਡੀਨੇਟ ਬੌਂਡ ਜਿਨ੍ਹਾਂ 'ਚ ਹੁੰਦਾ ਹੈ ਮੈਟਲ ਦੇ ਨਾਲ ਜਨਰਲੀ, ਇਹਨਾਂ 'ਚ ਕੋਆਰਡੀਨੇਟ ਬੌਂਡ ਹੁੰਦਾ। ਇਹ ਬੌਂਡ ਨੂੰ ਅਸੀਂ ਇਸ ਐਰੋ ਦੇ ਨਾਲ ਦਿਖਾਉਂਦੇ ਹਾਂ,
ਜਿਹੜਾ ਲੋਨ ਪੇਅਰ ਡੋਨੇਟ ਕਰਦਾ ਉਹਦੇ ਵੱਲੋਂ ਇਹ ਐਰੋ ਸ਼ੁਰੂ ਹੁੰਦਾ, ਤੇ ਜਿਹੜਾ ਐਕਸੈਪਟ ਕਰਦਾ ਹੈ ਉਹ ਲੋਨ ਪੇਅਰ ਨੂੰ ਖਾਲੀ ਔਰਬਿਟਲ ਦੇ ਵਿੱਚ, ਉਹਦੇ ਵੱਲ ਇਹ ਆਹ ਤੀਰ ਵਾਲਾ ਨਿਸ਼ਾਨ ਜਿਹੜਾ ਹੁੰਦਾ ਇੱਧਰ ਨੂੰ ਹੁੰਦਾ ਹੈ। ਇਹ ਜਨਰਲੀ ਮੈਟਲਸ ਜਿਹੜੇ ਨੇ ਉਹਨਾਂ ਦੇ ਕੋਲ ਹੀ ਐਮਟੀ ਔਰਬਿਟਲ ਇਸ ਤਰ੍ਹਾਂ ਦੇ ਪ੍ਰੈਜੈਂਟ ਹੁੰਦੇ ਆ, ਐਮਟੀ ਔਰਬਿਟਲਸ ਜਿਨ੍ਹਾਂ ਦੇ ਵਿੱਚ ਉਹ ਇਲੈਕਟ੍ਰੋਨਸ ਅਸੈਪਟ ਕਰ ਸਕਦੇ ਆ। ਇਹ ਇਲੈਕਟ੍ਰੋਪੋਜ਼ਿਟਿਵ ਨੇਚਰ ਵੀ ਹੁੰਦੇ ਆ, ਵੀ ਇਲੈਕਟ੍ਰੋਨ ਆਲਰੇਡੀ ਰਿਮੂਵ ਕਰਕੇ ਹੀ ਇਲੈਕਟ੍ਰੋਨ ਇਹਨਾਂ ਦੇ ਵਿੱਚੋਂ ਜੇ ਥੋੜ੍ਹੇ ਜਿਹੇ ਨਿਕਲ ਜਾਣ ਤਾਂ ਇਹ ਸਟੇਬਲਾਈਜ਼ ਰਹਿੰਦੇ ਆ। ਜਿੱਦਾਂ ਸੋਡੀਅਮ ਹੋ ਗਿਆ, ਇਹ ਵੀ ਇਲੈਕਟ੍ਰੋਨ ਲੂਜ਼ ਕਰਕੇ ਹੀ ਸਟੇਬਲ ਕੌਨਫੀਗਰੇਸ਼ਨ 'ਚ ਜਾਂਦਾ ਹੈ, ਇਲੈਕਟ੍ਰੋਪੋਜ਼ਿਟਿਵ ਹੈ। ਇਸੇ ਤਰ੍ਹਾਂ ਆਇਰਨ ਹੋ ਗਿਆ ਜੀ, ਆਇਰਨ ਦੀ ਕੌਨਫੀਗਰੇਸ਼ਨ ਆਪਾਂ ਪਿਛਲੀ ਵੀਡੀਓ 'ਚ ਵੀ ਦੇਖੀ ਹੈ। ਇਹਦੇ ਵਿੱਚ ਇੱਥੇ ਨੋਬਲ ਗੈਸ ਕੌਨਫੀਗਰੇਸ਼ਨ ਹੈ, ਅਤੇ ਉਸ ਤੋਂ ਬਾਅਦ ਇਹ 3d6 4s2 ਹੈ, ਠੀਕ ਹੈ ਜੀ। ਇਹ ਵੀ ਜੇ ਆਹ ਇਲੈਕਟ੍ਰੋਨ ਲੂਜ਼ ਕਰ ਦੇਵੇ, ਠੀਕ ਹੈ ਜੀ, ਇਹ ਇਲੈਕਟ੍ਰੋਨ ਇਹ ਲੂਜ਼ ਕਰ ਸਕਦਾ, ਆਪਣੇ ਵੇਲੈਂਸ ਸ਼ੈਲ ਇਲੈਕਟ੍ਰੋਨਸ ਨੂੰ ਇਹ ਲੂਜ਼ ਕਰਕੇ ਪੋਜ਼ਿਟਿਵ ਆਕਸੀਡੇਸ਼ਨ ਸਟੇਟ 'ਚ ਰਹਿੰਦੇ ਆ। ਤਾਂ ਮੈਟਲਸ ਦੀ ਪ੍ਰੋਪਰਟੀ ਹੈ ਵੀ ਉਹ ਇਲੈਕਟ੍ਰੋਨ ਜਿਹੜੇ ਆ ਡੋਨੇਟ ਕਰ ਸਕਦੇ ਆ, ਲੂਜ਼ ਕਰ ਸਕਦੇ ਆ, ਪੋਜ਼ਿਟਿਵ ਚਾਰਜ 'ਚ ਆ ਸਕਦੇ ਆ। ਉਸ ਤੋਂ ਬਾਅਦ ਹੁਣ ਕੰਟਰੈਰੀ ਗੱਲ ਕੀ ਹੈ ਵੀ ਦੋਨੋਂ ਪਾਸੇ ਕੰਮ ਕਰਦੇ ਆ। ਜਿੱਥੋਂ ਇਹ ਇਲੈਕਟ੍ਰੋਨ ਲੂਜ਼ ਵੀ ਕਰਦੇ ਆ ਤਾਂ ਇਲੈਕਟ੍ਰੋਨ ਲੂਜ਼ ਕਰਨ ਦੇ ਨਾਲ ਨਾਲ ਇਹ ਆਪਣੇ ਵੇਕੈਂਟ ਔਰਬਿਟਲਸ ਦੇ ਵਿੱਚ ਇਲੈਕਟ੍ਰੋਨ ਅਸੈਪਟ ਵੀ ਕਰਦੇ ਆ। ਇਲੈਕਟ੍ਰੋਨ ਲੂਜ਼ ਕਰਦੇ ਆ, ਪੋਜ਼ਿਟਿਵ ਚਾਰਜ ਆਉਂਦਾ। ਇਸ ਪੋਜ਼ਿਟਿਵ ਚਾਰਜਡ ਸਪੀਸ਼ੀਜ਼ ਦੇ ਖਾਲੀ ਔਰਬਿਟਲਸ ਦੇ ਵਿੱਚ ਕੋਈ ਲੀਗੈਂਡ ਆਪਣੇ ਇਲੈਕਟ੍ਰੋਨ ਦਿੰਦੇ ਵੀ ਹੈ, ਅਸੈਪਟ ਕਰਦੇ ਆ। ਇਸ ਤਰ੍ਹਾਂ ਇਹ ਇੱਕ ਇਲੈਕਟ੍ਰੋ ਨਿਊਟਰੈਲਿਟੀ ਮੇਨਟੇਨ ਕਰਦੇ ਆ। ਇਲੈਕਟ੍ਰੋ ਨਿਊਟਰੈਲਿਟੀ, ਇਹ ਜਿਹੜੇ ਕੰਪਲੈਕਸੇਸ਼ਨਸ ਹੈ, ਕੋਆਰਡੀਨੇਟ ਕੰਪਲੈਕਸ ਜਿਹੜੇ ਬਣਦੇ ਆ, ਇਹ ਇਲੈਕਟ੍ਰੋ ਨਿਊਟਰੈਲਿਟੀ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਆ ਜ਼ਿਆਦਾਤਰ। ਵੀ ਕੁਛ ਹੱਦ ਤੱਕ ਇਹ ਇਲੈਕਟ੍ਰੋਨ ਡੋਨੇਟ ਕਰਦੇ ਆ, ਫਿਰ ਇਲੈਕਟ੍ਰੋਨ ਡੈਫੀਸ਼ੀਐਂਸੀ ਜਿਹੜੀ ਹੈ ਉਹਨੂੰ ਸੈਟਿਸਫਾਈ ਕਰਨ ਦੇ ਲਈ ਇਲੈਕਟ੍ਰੋਨ ਗੇਨ ਵੀ ਕਰਦੇ ਆ ਲੀਗੈਂਡਸ ਤੋਂ। ਤਾਂ ਇਸ ਤਰ੍ਹਾਂ ਇਹ ਕੰਪਲੈਕਸ ਬਣਦੇ ਆ। ਇਹਨਾਂ ਦੀ ਸਟੱਡੀ ਜੋ ਹੈ ਸਟਾਰਟਿੰਗ ਦੇ ਵਿੱਚ ਵਰਨਰ ਨੇ ਇਹਨਾਂ ਦੀ ਸਟੱਡੀ ਕੀਤੀ। ਜਨਰਲੀ ਉਹਨੇ ਕੋਬਾਲਟ ਕਲੋਰਾਈਡ ਦੇ ਵਿੱਚ ਅਮੋਨੀਆ ਐਡ ਕੀਤਾ। ਅਮੋਨੀਆ ਜਿਹੜਾ ਹੈ ਐਡ ਕਰਨ ਦੀ ਜਿਹੜੀ ਰੇਸ਼ੋ ਹੈ ਅਲੱਗ-ਅਲੱਗ ਰੱਖੀ। ਜਦੋਂ ਅਲੱਗ-ਅਲੱਗ ਰੇਸ਼ੋ ਰੱਖੀ ਤਾਂ ਆਪਾਂ ਨੂੰ ਅਲੱਗ-ਅਲੱਗ ਕਲਰ ਦੇ ਸੋਲਿਊਸ਼ਨ ਮਿਲੇ। ਉਹਨਾਂ ਸੋਲਿਊਸ਼ਨਸ ਤੋਂ ਉਹਨੇ ਪ੍ਰੈਡਿਕਟ ਕੀਤਾ ਇਹਦੇ ਵਿੱਚ ਕਿ ਜਿਓਮੈਟਰੀ ਹੈ ਜਿਹੜੀ, ਜਾਂ ਜੋ ਕੰਪਲੈਕਸ ਫਾਰਮੇਸ਼ਨ ਹੋਇਆ ਕਲੋਰਾਈਡ ਤੇ ਅਮੋਨੀਆ ਨੂੰ ਮਿਲਾ ਕੇ, ਉਹ ਅਲੱਗ-ਅਲੱਗ ਹੋਏਗਾ, ਅਲੱਗ-ਅਲੱਗ ਤਰ੍ਹਾਂ ਦਾ ਹੋਏਗਾ। ਇਹ ਸਾਨੂੰ ਉਹਨੇ ਦੱਸਿਆ ਵਰਨਰ ਨੇ, ਠੀਕ ਹੈ ਜੀ। ਇਸ ਵਿੱਚ ਜੇ ਅਸੀਂ ਕਲਰ ਦੀ ਗੱਲ ਕਰੀਏ ਤਾਂ ਇਹ ਯੈਲੋ, ਠੀਕ, ਪਰਪਲ। ਸ਼ੁਰੂ 'ਚ ਇਹਨਾਂ ਦਾ ਇਹ ਕੰਪਲੈਕਸ ਦੇ ਨਾਮ ਵੀ ਇਹਨਾਂ ਦੇ ਕਲਰ ਦੇ ਬੇਸ 'ਤੇ ਹੀ ਰੱਖੇ ਗਏ ਸੀ, ਐਂਡ ਗ੍ਰੀਨ। ਇੰਨੀ ਕਲਰ ਡਿਸਟਿੰਕਸ਼ਨ ਹੋਣ ਦੇ ਕਰਕੇ ਹੀ ਆਪਾਂ ਨੂੰ ਇਹ ਲੱਗਿਆ ਇਸ ਦੇ ਵਿੱਚ ਕਿ ਕੁਝ ਅਲੱਗ ਹੋ ਰਿਹਾ, ਕਾਫੀ ਡਿਫਰੈਂਟ ਹੋ ਰਿਹਾ। ਤਾਂ ਇੱਥੋਂ ਉਹਨੇ ਪ੍ਰੈਡਿਕਟ ਕੀਤਾ ਕਿ ਇਹਨਾਂ 'ਚ ਜਿਹੜੀ ਬੌਂਡਿੰਗ ਹੈ ਉਹ 'ਚ ਕਲੋਰਾਈਡ ਜਿਹੜੇ ਨੇ ਤੇ ਇਹ ਟੋਟਲ ਲੀਗੈਂਡਸ ਅਲੱਗ-ਅਲੱਗ ਤਰ੍ਹਾਂ ਬਾਈਂਡਡ ਨੇ ਕੋਬਾਲਟ ਦੇ ਨਾਲ। ਉਹਨੇ ਦੱਸਿਆ ਵੀ ਜਿਹੜਾ ਆਕਸੀਡੇਸ਼ਨ ਸਟੇਟ ਹੈ ਉਹਨੂੰ ਉਹਨੇ ਮੈਟਲ ਦੀ ਪ੍ਰਾਇਮਰੀ ਵੈਲੈਂਸੀ ਕਿਹਾ, ਤੇ ਜਿਹੜਾ ਕੋਆਰਡੀਨੇਸ਼ਨ ਨੰਬਰ ਹੈ ਟੋਟਲ ਉਹਨੂੰ ਉਹਦੀ ਸੈਕੰਡਰੀ ਵੈਲੈਂਸੀ ਕਿਹਾ। ਇਹ ਚੀਜ਼ਾਂ ਵਰਨਰ ਨੇ ਥੋੜ੍ਹੀਆਂ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਪ੍ਰੋਵਾਈਡ ਕੀਤੀਆਂ, ਠੀਕ, ਜਿਸ ਦੇ ਵਿੱਚ ਮੰਨ ਲਓ ਜੋ ਕੋਬਾਲਟ NH3 5Cl2, ਜੋ ਆਹ ਵਾਲਾ ਕੰਪਲੈਕਸ ਸੀ ਕੋਬਾਲਟ Cl3 5NH3, ਇਹ ਵਾਲੇ ਕੰਪਲੈਕਸ ਦੀ ਜੋ ਫਾਰਮੇਸ਼ਨ ਕਿਸ ਤਰ੍ਹਾਂ ਦੀ ਹੋਏਗੀ ਉਹਨੇ ਦਿਖਾਇਆ ਵੀ ਇਹ ਚੀਜ਼ ਇਹਦੀ ਫਾਰਮੇਸ਼ਨ ਹੈ, ਜਿਸ ਦੇ ਵਿੱਚ ਕੋਬਾਲਟ ਦੀ ਜੋ ਪ੍ਰਾਇਮਰੀ ਵੈਲੈਂਸੀ ਹੈ ਇਹ ਤਾਂ 3 ਹੋਏਗੀ, ਕਿਉਂਕਿ ਕੋਬਾਲਟ ਦੀ ਆਕਸੀਡੇਸ਼ਨ ਸਟੇਟ ਇੱਥੇ
+3 है। +3 किवें आई ये भी आप देख लेने कि आ जो क्लोराइड आयन्स ने इस ब्रैकेट तो बाहर ये तो आयोनाइजेबल ने भी, इन्हां नूं आपां अगर सोल्यूशन दे विच फ्रीली मूव करनगे ये दो क्लोराइड आयन, ये दो क्लोराइड आयन फ्रीली मूव करनगे तो इन्हां नूं असीं किसी होर टैसट दे नाल चैक कर सकते हैं भी ये फ्री मूव कर रहे हैं तो सिल्वर दे नाल बाइंड करके आप देख सकते हैं, जो प्रेसिपिटेट बननगे उन्हां नाल इन्हां नूं गिण सकते हैं। ठीक, हुण आ जिहड़ा कंपलैक्स बनिया अगर ये 2 नैगेटिव आयन फ्री ने तो इत्थे होएगा +2 ऑक्सीडेशन, ये पूरे ते जिहड़ा चार्ज होएगा +2 होएगा, 2 पॉजिटिव होएगा तो कोबाल्ट की ऑक्सीडेशन स्टेट असीं देखनी है तो अमोनीआ न्यूट्रल हुंदा जी, न्यूट्रल मतलब इत्थे कोई फॉर्मल चार्ज नहीं हुंदा। क्लोराइड ते -1 है, ओवरऑल +2 है, तो एक्स जो है इदा तुसीं कढ़ लैंदे हो भी आ जिहड़े कोबाल्ट की ऑक्सीडेशन स्टेट है ये +3 आ गई आपां कोल। +3 ऑक्सीडेशन स्टेट कोबाल्ट की है, उन्होंने इसकी प्राइमरी वैलेंसी कहा गया है। ठीक, प्राइमरी वैलेंसी प्लस ऑक्सीडेशन स्टेट में कहा गया है +3, तो सेकेंडरी वैलेंसी जो है ये कोऑर्डिनेशन नंबर में कहा गया है जो कि 6 है। ठीक, ओके, सो ये तो कुछ आपां कोल बेसिक्स सीगा। इस दे विच वर्नर ने एक बड़ी इंपॉर्टेंट प्रेडिक्शन होर कीती, उहदी भी तुहानूं जानकारी होनी चाहिए आपां नूं कि उन्हें ये प्रेडिक्ट कीता कि अलग अलग तरह की ज्योमैट्रीज दे विचों मान लो ये हैग्जागोनल है, 6 लीगेंड हैग्जागन टाइप प्लेनर स्ट्रक्चर च लगे हुए आ, या फिर ये जो एक इदा प्रिज्म की तरह लगे हुए ने, या फिर ये जो 6 लीगेंड्स ने ये ऑक्टाहेड्रल स्ट्रक्चर से लगे हुए हैं। इस तरह उन्हें ये दसिया, सानू प्रेडिक्ट करके दसिया कि दरअसल ये ऑक्टाहेड्रल ज्योमैट्री दे विच ही अटैच्ड होणगे। बिकॉज अगर इन एक्चुअली उन्हें की किया भी इत्थे साडे कोल दो क्लोराइड का स्पीशीज़ ले लिया, अगर दो क्लोराइड के स्पीशीज़ नाल उन्हें यह कंपाउंड बनाया सी, दो क्लोराइड या तो ऑर्थो हो सकते हैं या इस स्ट्रक्चर दे विच वो दोनों मैटा हो सकते हैं, या इस स्ट्रक्चर दे विच वो दोनों पैरा हो सकते हैं। मतलब जो भी है, अगर दो क्लोराइड वाला स्पीशीज़ वो बनाता है तो साडे कोल 3 आइसोमर मिलने चाहिए सी। इसी तरह जेकर वो दो क्लोराइड वाला स्पीशीज़ बनाता, अगर ज्योमैट्री ये वाली होंदी ट्राइगोनल प्रिज्मैटिक दे विच भी साडे कोल जे क्लोराइड लगे होंदे तां ये भी 3 तरीके नाल आइदर हेयर या इत्थे या फिर इत्थे 3 तरीके नाल आपां नूं इत्थे भी आपां नूं 3 आइसोमर ही मिलने चाहिए सी। बट एक्चुअल दे विच डाइक्लोराइड वाले केस दे विच सानूं 2 ही तरह के आइसोमर जो है मिलते हैं, चाहे ट्रांस ते एक सिस, ये 2 ही तरह के आइसोमर जो है एग्जिस्ट करते मिले गए। इस तरह उन्हें प्रेडिक्ट किया कि ये जो ज्योमैट्री है ये ऑक्टाहेड्रल ज्योमैट्री स्टेबल होंदी है तो यही ये बनाते हैं, उन्हें प्रेडिक्ट किया। ये उदों दीयां गल्लां ने जदों आपां स्ट्रक्चर नूं एक्सरे क्रिस्टलोग्राफी दे नाल आपां नहीं कर सकते थे, प्रेडिक्ट नहीं या एक्सपैरीमेंटली नहीं देख सकते सी, उदों उन्हें प्रेडिक्ट कीतियां ये चीज़ां। ठीक है जी, लेट 19th सेंचुरी दे विच तो इस तरह ऑक्टाहेड्रल जो दी प्रेडिक्शन सी वो भी सही साबित हुई, क्योंकि ये जिहड़े कंपलैक्स ने 6 कोऑर्डिनेटेड ये ऑक्टाहेड्रल ज्योमैट्री दे विच पाए गए बाद विच। इस चीज़ तो अगे चलते हुए होर जो बॉन्डिंग थ्योरीज डेवलप हुई स्लोली, वो वैलेंस बॉन्ड थ्योरी है,
क्रिस्टल फील्ड थ्योरी है ਜਾਂ ਆਪਣੇ ਕੋਲ ਲੀਗੈਂਡ ਫੀਲਡ ਥਿਊਰੀ ਹੈ, ਇਹਨਾਂ ਦੀ ਗੱਲ ਜੋ ਹੈ ਅਸੀਂ ਜ਼ਿਆਦਾ ਡਿਟੇਲ 'ਚ ਕਰਦੇ ਹਾਂ। ਮੋਸਟਲੀ ਜੋ ਹੈ ਵੈਲੈਂਸ ਬੌਂਡ ਥਿਊਰੀ ਅਤੇ ਕ੍ਰਿਸਟਲ ਫੀਲਡ ਥਿਊਰੀ ਇਹ ਗ੍ਰੈਜੂਏਸ਼ਨ ਬੇਸ 'ਤੇ ਜ਼ਿਆਦਾ ਪੁੱਛੀ ਜਾਂਦੀ ਹੈ, ਜੋ ਕਿ ਜੈਮ ਦੇ ਐਗਜ਼ਾਮ ਲਈ ਇੰਪੋਰਟੈਂਟ ਹੈ। ਲੀਗੈਂਡ ਫੀਲਡ ਥਿਊਰੀ ਦੀਆਂ ਵੀ ਬਹੁਤ ਸਾਰੀਆਂ ਚੀਜ਼ਾਂ ਜੋ ਕਨਸੈਪਟਸ ਨੇ ਉਹ ਸਾਡੇ ਯੂਜ਼ ਹੁੰਦੇ ਹੀ ਰਹਿੰਦੇ ਨੇ, ਭਾਵੇਂ ਉਹ ਆਪਾਂ ਗ੍ਰੈਜੂਏਸ਼ਨ 'ਤੇ ਦੇਖੀਏ ਜਾਂ ਪੋਸਟ ਗ੍ਰੈਜੂਏਸ਼ਨ ਮੀਨਸ JRF ਦੀ ਤਿਆਰੀ ਦੇ ਲਈ ਜੋ ਕੁਐਸਚਨ ਆਉਂਦੇ ਆ ਉਹਨਾਂ ਦੇ ਵਿੱਚ ਇਹ ਤਿੰਨੋਂ ਥਿਊਰੀਜ਼ ਕਿਤੇ ਨਾ ਕਿਤੇ ਯੂਜ਼ 'ਚ ਆਉਂਦੀਆਂ ਨੇ। ਮੋਸਟ ਆਫ ਜੋ ਐਕਸਪੈਰੀਮੈਂਟਲ ਰਿਜ਼ਲਟਸ ਨੇ ਉਹ ਕ੍ਰਿਸਟਲ ਫੀਲਡ ਥਿਊਰੀ ਦੇ ਨਾਲ ਹੀ ਆਪਣੇ ਸੋਲਵ ਹੋ ਜਾਂਦੇ ਆ, ਬਟ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਨਾਲ ਲੀਗੈਂਡ ਫੀਲਡ ਥਿਊਰੀ ਨੂੰ ਵੀ ਐਡ ਕੀਤਾ ਗਿਆ, ਕਿਉਂਕਿ ਅਸਲ ਦੇ ਵਿੱਚ ਇੱਥੇ ਜਾ ਕੇ ਹੀ ਲੀਗੈਂਡ ਫੀਲਡ ਥਿਊਰੀ ਦੇ ਨਾਲ ਜੁੜਨ ਦੇ ਨਾਲ ਹੀ ਸਾਡੇ ਕੋਲ ਜਿਹੜਾ ਇਹ ਮਾਡਲ ਹੈ ਇਹ ਕੰਪਲੀਟ ਹੋਇਆ। ਮਤਲਬ ਮੋਸਟ ਆਫ ਜੋ ਕੋਆਰਡੀਨੇਟ ਕੰਪਾਊਂਡਸ ਦੀ ਸਟੱਡੀ ਹੈ ਉਹ ਇਹਨਾਂ ਲੀਗੈਂਡ ਫੀਲਡ ਥਿਊਰੀ 'ਤੇ ਜਾ ਕੇ ਹੀ ਆਪਣੇ ਨੂੰ ਕੰਪਲੀਟ ਇਨਫੋਰਮੇਸ਼ਨ ਆਪਾਂ ਨੂੰ ਮਿਲਦੀ ਹੈ। ਸੋ ਵੈਲੈਂਸ ਬੌਂਡ ਥਿਊਰੀ ਜੋ ਸਟਾਰਟਿੰਗ 'ਚ ਆਪਾਂ ਨੂੰ ਦਿੱਤੀ ਗਈ ਉਹ ਇਨੀਸ਼ੀਅਲੀ ਠੀਕ ਹੈ, ਬਹੁਤ ਸਾਰੀਆਂ ਚੀਜ਼ਾਂ ਉਹ 'ਚ ਠੀਕ ਨੇ, ਬਟ ਉਹ 'ਚ ਮਿਸਿੰਗ ਬਹੁਤ ਜ਼ਿਆਦਾ ਹੈ। ਇਸ ਲਈ ਆਪਾਂ ਸੀਰੀਅਸ ਨਹੀਂ ਲੈਣਾ ਹੈ ਵੈਲੈਂਸ ਬੌਂਡ ਥਿਊਰੀ ਨੂੰ। ਵੈਲੈਂਸ ਬੌਂਡ ਥਿਊਰੀ ਜਦੋਂ ਕਿਹਾ ਗਿਆ ਕੁਐਸਚਨ ਦੇ ਵਿੱਚ ਕਿ ਅਕੋਰਡਿੰਗ ਟੂ ਵੈਲੈਂਸ ਬੌਂਡ ਥਿਊਰੀ ਕੋਈ ਕੁਐਸਚਨ ਕਰੋ, ਤਾਂ ਆਪਾਂ ਵੈਲੈਂਸ ਬੌਂਡ ਥਿਊਰੀ ਨੂੰ ਸੀਰੀਅਸ ਲੈਣਾ, ਅਦਰਵਾਈਜ਼ ਅਸੀਂ CFT ਅਤੇ LFT ਦੇ ਕਨਸੈਪਟਸ ਨੂੰ ਹੀ ਮਾਈਂਡ 'ਚ ਰੱਖ ਕੇ ਕੁਐਸਚਨ ਸੋਲਵ ਕਰਾਂਗੇ।